Good afternoon, students. Today we are going to start the next topic, that is the global deposit receipt, and the initial GDR भी ਹੁੰਦਾ ਆ. So GDR are issued against issue of equity share in the global market. Global market ਦਾ ਮਤਲਬ all over the world ਕਿ ਅਸੀਂ all over the world ਕਿਸੇ ਵੀ country ਕਿਸੇ ਵੀ shareholder ਨੂੰ ਇਹ shares ਜਿਹੜੇ ਆ offer ਕਰ ਸਕਦੇ ਆ. The equity shares issued against GDR are held by an international bank called depository. Means ਜਿਹੜੇ ਇਹ ਸ਼ੇਅਰਸ ਨੇ ਇਹ ਬੈਂਕ ਦੇ ਥਰੂ ਆਫਰ ਕੀਤੇ ਜਾਂਦੇ ਇਸ਼ੂ ਕੀਤੇ ਜਾਂਦੇ ਆ ਐਂਡ ਉਹ ਬੈਂਕ ਇੰਟਰਨੈਸ਼ਨਲ ਹੁੰਦਾ ਆ, ਉਹਨੂੰ ਅਸੀਂ ਡਿਪੋਜ਼ਿਟਰੀ ਵੀ ਬੋਲਦੇ ਆ. ਕੰਪਨੀ ਇਸ਼ੂ ਡਿਵੀਡੈਂਡ notices, reports etc. regarding these shares to the bank only. Now dividend notice मतलब कि कितना dividend कितना interest एक शेयर होल्डर ਨੂੰ देना ਆ ਉਹ ਕੰਪਨੀ ਡਿਕਲੇਅਰ ਕਰਦੀ ਆ ਐਂਡ ਉਹ ਰਿਪੋਰਟਸ ਉਹ ਨੋਟਿਸਿਸ ਬੈਂਕ ਨੂੰ ਹੀ ਦਿੰਦੀ ਹੈ ਜਿਹਨੂੰ ਅਸੀਂ ਡਿਪੋਜ਼ਿਟਰੀ ਬੋਲਦੇ ਹਾਂ ਐਂਡ ਬੈਂਕ ਫਰਦਰ ਸ਼ੇਅਰ ਹੋਲਡਰਸ ਨੂੰ ਇਨਫੋਰਮ ਕਰਦੀ ਆ. ਦ ਹੋਲਡਰਸ ਆਫ ਦੀ ਸ਼ੇਅਰਸ ਡੂ ਨਾਟ ਗੈਟ ਵੋਟਿੰਗ ਰਾਈਟਸ. ਜਿਹੜੇ ਵੀ ਸ਼ੇਅਰ ਹੋਲਡਰਸ ਹੁੰਦੇ ਆ GDR ਦੇ ਵਿੱਚ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੋਟਿੰਗ ਰਾਈਟ ਨਹੀਂ ਦਿੱਤੀ ਜਾਂਦੀ ਐਂਡ ਜਿਹੜਾ ਕੈਪੀਟਲ ਕੰਟਰੀਬਿਊਟ ਹੁੰਦਾ ਆ ਉਹ ਵੀ ਡਾਲਰ ਦੇ ਵਿੱਚ ਹੁੰਦਾ. ਇਟ ਮੀਨਸ ਇੰਟਰਨੈਸ਼ਨਲ ਕਰੰਸੀ ਦੇ ਵਿੱਚ. Features of GDR. The first feature is capital contributed from the issue of GDR is in foreign currency. Means कि ਜਿਹੜਾ ਅਸੀਂ capital collect ਕਰਦੇ ਹਾਂ ਸ਼ੇਅਰ ਹੋਲਡਰ ਤੋਂ ਉਹ foreign currency ਦੇ ਵਿੱਚ ਹੀ ਹੁੰਦਾ ਆ ਐਂਡ ਕਿੰਨਾ ਪ੍ਰਾਈਸ ਰੱਖਣਾ ਆ ਕਿੰਨਾ ਡਿਵੀਡੈਂਡ ਰੱਖਣਾ ਆ ਇੱਕ GDR ਦਾ ਉਹ ਫਿਕਸ ਹੁੰਦਾ ਆ ਔਨ ਦ ਬੇਸਿਸ ਆਫ ਇਨਵੈਸਟਰਸ ਰਿਸਪੌਂਸ ਕਿ ਇਨਵੈਸਟਰ ਦੀ ਕੀ ਰਿਸਪੌਂਸ ਆ ਕਿੱਦਾਂ ਦਾ ਰਿਸਪੌਂਸ ਕਰ ਰਿਹਾ ਉਹਦੇ ਬੇਸ 'ਤੇ ਇੱਕ ਸ਼ੇਅਰ ਦਾ ਪ੍ਰਾਈਸ ਫਿਕਸ ਕੀਤਾ ਜਾਂਦਾ ਆ. ਕੋਈ ਵੀ ਰਾਈਟਸ ਨਹੀਂ ਦਿੱਤੀ ਜਾਂਦੀਆਂ ਸ਼ੇਅਰ ਹੋਲਡਰਸ ਨੂੰ ਐਂਡ ਇੱਕ ਜਿਹੜਾ ਸ਼ੇਅਰਸ ਨੇ ਅਗਰ ਉਹ ਚਾਹਣ ਕਿ GDR ਜਿਹੜੇ ਜਿੰਨੇ ਵੀ ਸ਼ੇਅਰ ਹੋਲਡਰਸ ਨੇ ਅਗਰ ਉਹ ਆਪਣੇ ਵਿਲਿੰਗ ਹੋਣ ਦੈਨ ਉਹ ਆਪਣੇ ਸ਼ੇਅਰਸ ਜਿਹੜੇ ਸਟਾਕ ਐਕਸਚੇਂਜ ਦੇ ਵਿੱਚ ਟ੍ਰਾਂਸਫਰ ਵੀ ਕਰ ਸਕਦੇ ਆ. ਨੈਕਸਟ ਇਜ਼ ਦੀ ਅਮੈਰੀਕਨ ਡਿਪੋਜ਼ਿਟਰੀ ਰਿਸਿਪਟ. ਇਟ ਇਜ਼ ਲਾਈਕ ਆਲਸੋ ਗਲੋਬਲ ਡਿਪੋਜ਼ਿਟਰੀ ਰਿਸਿਪਟ. ਬਿਲਕੁਲ ਸੇਮ ਆ ਸਿਮਿਲਰ ਆ. ਡਿਫਰੈਂਸ ਕੀ ਆ ਗਲੋਬਲ ਨੂੰ ਅਸੀਂ ਆਲ ਓਵਰ ਦਾ ਵਰਲਡ ਜਿਹੜਾ ਆਫਰ ਕਰ ਸਕਦੇ ਹਾਂ ਬਟ ਅਮੈਰੀਕਨ ਡਿਪੋਜ਼ਿਟਰੀ ਰਿਸਿਪਟ ਦੇ ਵਿੱਚ ਕੀ ਆ ਓਨਲੀ ਇਟ ਇਜ਼ ਆਫਰ ਟੂ ਦ ਸ਼ੇਅਰ ਹੋਲਡਰ ਹੂ ਆਰ ਦ ਸਿਟੀਜ਼ਨਸ ਆਫ US. ਜਿਹੜੇ USA ਦੇ ਸਿਟੀਜ਼ਨਸ ਆ ਸਿਰਫ ਉਹਨਾਂ ਨੂੰ ਹੀ ਆਫਰ ਕੀਤਾ ਜਾਏਗਾ ਐਂਡ ਇਟ ਕੈਨ ਬੀ ਲਿਸਟਡ ਇਨ ਦ US ਸਟਾਕ ਐਕਸਚੇਂਜ. Shares issued by the company are held by an international bank called depository which received dividend notices and reports. Means ਕਿ ਜਿਹੜੇ ਜਿੱਦਾਂ ਕਿ ਗਲੋਬਲ ਡਿਪੋਜ਼ਿਟਰੀ ਰਿਸਿਪਟ ਦੇ ਵਿੱਚ ਸੀਗਾ ਜਿਹੜੇ ਵੀ ਸ਼ੇਅਰਸ ਨੇ ਉਹ ਅਸੀਂ ਕਿਹਨੂੰ ਦਿੰਦੇ ਆ ਬੈਂਕ ਇੱਕ ਸ਼ੇਅਰ ਹੋਲਡਰ ਨੂੰ ਦਿੰਦਾ ਬੈਂਕ ਡਿਪੋਜ਼ਿਟਰੀ ਆ. ਸੇਮ ਇਹਦੇ ਵਿੱਚ ਵੀ ਆ ਕਿ ਬੈਂਕ ਜਿਹੜਾ ਡਿਵੀਡੈਂਡ ਨੋਟਿਸਿਸ ਕੰਪਨੀ ਤੋਂ ਰਿਸੀਵ ਕਰਦਾ ਆ ਐਂਡ ਫਰਦਰ ਦੈਨ ਸ਼ੇਅਰ ਹੋਲਡਰਸ ਨੂੰ ਆਫਰ ਕਰਦਾ ਆ. ਐਨੂਅਲ ਲੀਗਲ ਐਂਡ ਅਕਾਊਂਟਿੰਗ ਕੋਸਟ ਮੀਨਸ ਜਿਹੜੀ ਇਹਦੀ ਲੀਗਲ ਫੀਸ ਆ ਐਂਡ ਜਿਹੜੀ ਅਕਾਊਂਟਿੰਗ ਕੋਸਟ ਆ ADR ਦੀ ਜਿਹੜੀ ਕੋਸਟ ਪੈਂਦੀ ਆ ਉਹ GDR ਦੇ ਕੰਪੈਰੀਜ਼ਨ ਹਾਈ ਆ. ਇੰਡੀਅਨ ਡਿਪੋਜ਼ਿਟਰੀ ਰਿਸਿਪਟ IDR. It is also like GDR except that is issued to the citizen of India. ਜਿੱਦਾਂ ਕਿ ਅਮੈਰੀਕਨ ਡਿਪੋਜ਼ਿਟਰੀ ਰਿਸਿਪਟ ਦੇ ਵਿੱਚ ਸੀਗਾ ਉਹ USA ਦੇ ਸਿਟੀਜ਼ਨ ਨੂੰ ਆਫਰ ਕੀਤਾ ਜਾਂਦਾ ਸੀ. ਸੇਮ ਇੰਡੀਅਨ ਡਿਪੋਜ਼ਿਟਰੀ ਰਿਸਿਪਟ ਜਿਹੜਾ ਆ ਇੰਡੀਅਨ ਦੇ ਸਿਟੀਜ਼ਨ ਨੂੰ ਆਫਰ ਕੀਤਾ ਜਾਂਦਾ ਹੈ. ਦ ਡਿਪੋਜ਼ਿਟਰੀ ਇਸ਼ੂ ਰਿਸਿਪਟ ਟੂ ਦ ਇਨਵੈਸਟਰਸ ਇਨ ਇੰਡੀਆ ਅਗੇਂਸਟ ਥੀਸ ਸ਼ੇਅਰਸ. ਨਾਓ ਦ ਸਟੈਂਡਰਡ ਚਾਰਟਰਡ ਬੈਂਕ ਪਹਿਲਾ ਗਲੋਬਲ ਕੰਪਨੀ ਜਿਹਨੇ ਕਿ IDR ਇਸ਼ੂ ਕੀਤਾ ਸੀਗਾ ਦੈਟ ਇਜ਼ ਦ ਸਟੈਂਡਰਡ ਚਾਰਟਰਡ ਬੈਂਕ. ਨੈਕਸਟ ਇਜ਼ ਦੀ ਐਲੀਜੀਬਿਲਿਟੀ ਆਫ ਕੰਪਨੀਜ਼ ਟੂ ਇਸ਼ੂ ਆਫ IDRs. ਮੀਨਸ ਕਿ ਕਿਹੜੀ ਕੰਪਨੀ ਜਿਹੜੀਆਂ ਇੰਡੀਅਨ ਡਿਪੋਜ਼ਿਟਰੀ ਰਿਸਿਪਟ ਇਸ਼ੂ ਕਰ ਸਕਦੀਆਂ ਆ. ਸਭ ਤੋਂ ਪਹਿਲਾਂ ਕਿ ਉਹ ਇਸ਼ੂ ਕੰਪਨੀ ਜਿਹੜੀ ਆ ਹੋਮ ਕੰਟਰੀ ਵਿੱਚ ਲਿਸਟ ਹੋਣੀ ਚਾਹੀਦੀ ਆ ਮੀਨਸ ਉਹਦਾ ਨੇਮ ਹੋਣਾ ਚਾਹੀਦਾ ਆ ਐਂਡ ਉਹਦੇ ਜਿਹੜੇ ਟੈਂਜੀਬਲ ਐਸੈਟਸ ਨੇ ਨੈਟ ਟੈਂਜੀਬਲ ਜਿਹੜੇ ਐਸੈਟਸ ਨੇ 3 ਸਾਲਾਂ ਤੋਂ ਪ੍ਰੀਵੀਅਸ ਈਅਰਸ ਕੰਟੀਨਿਊਸਲੀ ਮੀਨਸ ਐਟਲੀਸਟ 3 ਕਰੋੜ ਦੇ ਉਹਦੇ ਕੋਲ ਐਸੈਟ ਹੋਣੇ ਚਾਹੀਦੇ ਆ. ਅਗਰ ਉਸ ਕੰਪਨੀ ਦੇ ਕੋਲ ਇਨ ਦਾ ਪ੍ਰੀਵੀਅਸ ਈਅਰਸ ਕੰਟੀਨਿਊਸਲੀ 3 ਕਰੋੜ ਦੇ ਐਸੈਟ ਹੈਗੇ ਆ ਦੈਨ ਉਹ IDR ਇਸ਼ੂ ਕਰ ਸਕਦੇ ਆ. And plus one eligibility is that its net worth should be of 1 crore in the preceding 3 years. So these were the topics of the owner's fund. So this topic has been completed and in the next lecture we will study about the borrowed fund. Thanks and have a nice day.